ਜਦੋਂ ਇੱਥੇ ਸਟੈਚੂ ਰੱਖ ਹੋ ਗਏ ਤਾਂ ਉਹਨਾਂ ਦਾ ਵੀ ਬਹੁਤ ਆਪਣਿਆਂ ਨੇ ਵਿਰੋਧ ਕੀਤਾ, ਪਰਚੇ ਤੱਕ ਦਰਜ ਕਰਾਉਣ ਦੀ ਜਿਹੜੀ ਗੱਲ ਚੱਲਦੀ ਸੀਗੀ। ਅਗਰ ਅਸੀਂ ਪੜ੍ਹਾ ਲਿਖਾਂਗੇ, ਸਾਨੂੰ ਆਪਣੇ ਹੱਕਾਂ ਬਾਰੇ ਅਧਿਕਾਰ ਪਤਾ ਹੋਣਗੇ ਤਾਂ ਹੀ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ। ਔਰ ਸਭ ਤੋਂ ਜ਼ਿਆਦਾ ਗੁਲਾਮ ਜਿਹੜੀ ਆ ਔਰਤ ਨੂੰ ਬਣਾਇਆ ਸੀ, ਤੇ ਔਰਤ ਨੂੰ ਬਲ ਦੇਣ ਦਾ ਕੰਮ ਜਿਹੜਾ, ਔਰਤ ਨੂੰ ਪਹਿਲੀ ਦੇਸ਼ ਦੀ ਅਧਿਆਪਕਾ ਬਣਾਉਣ ਦਾ ਕੰਮ ਜਿਹੜਾ, ਉਹ ਸਾਡੇ ਮਹਾਂਪੁਰਸ਼ਾਂ ਨੇ, ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਕੀਤਾ। ਸਾਡੇ ਰਹਿਬਰਾਂ ਨੇ ਸਾਡੇ ਵਾਸਤੇ ਇੰਨਾ ਕੁਝ ਸਾਡੇ ਵਾਸਤੇ ਕੀਤਾ ਆ, ਉਹਦੇ ਬਾਰੇ ਸਾਨੂੰ ਜਾਣੀ ਕਿ ਬੱਚਿਆਂ ਨੂੰ ਜਿਹੜੀ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਕੁਝ ਕੁ ਚੀਜ਼ਾਂ ਜਿਹੜੀਆਂ ਉਹ ਸਾਰੀ ਅਧੀਨ ਆ, ਕਿਉਂਕਿ ਇੱਕ ਬੈਕ ਸਾਈਡ ਜਿਹੜਾ ਪੈਲਸ ਹੈ ਉਹ ਵੀ ਬਣ ਰਿਹਾ। ਲੋਕਤੰਤਰ ਦੀ ਰੱਖਿਆ ਕਰਾਂਗੇ, ਸੰਵਿਧਾਨ ਦੀ ਰੱਖਿਆ ਕਰਾਂਗੇ, ਤਾਂ ਹਰ ਵਿਅਕਤੀ ਦੀ ਰੱਖਿਆ ਕਰਾਂਗੇ। ਪੰਜਾਬ ਨੂੰ ਜਿਹੜਾ ਅੱਜ ਮੋਦੀ ਨੇ ਹੱਥ ਪਾ ਕੇ ਕਿਸਾਨਾਂ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਆ, ਬਈ ਇੱਥੋਂ ਬਗਾਵਤਾਂ ਉੱਠਦੀਆਂ, ਬਗਾਵਤਾਂ ਕਰਨ ਵਾਲਿਆਂ ਨੂੰ ਖਤਮ ਕੀਤਾ ਜਾਵੇ। ਅਸੀਂ ਆਪਣੇ ਰਹਿਬਰਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ, ਕਿਉਂਕਿ ਗੁਰੂ ਕਹਿੰਦਾ ਸੀ ਕਿ ਜਾਂ ਮੌਤ ਦੇ ਵਿੱਚ ਸੁੱਖ ਮਿਲਦਾ ਜਾਂ ਆਪਣੇ ਰਾਜ ਦੇ ਵਿੱਚ। ਜੈ ਗੁਰੂਦੇਵ, ਜੈ ਭੀਮ। ਕੰਚ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ SK ਬੈਂਸ ਸਵਾਗਤ ਕਰਦਾ ਹਾਂ। ਦਰਸ਼ਕੋ, ਅੱਜ ਅਸੀਂ ਫਗਵਾੜਾ ਵਿਖੇ, ਹਰੀਆਬਾਦ ਵਿਖੇ ਖੜੇ ਹਾਂ, ਜਿੱਥੇ ਜਿਹੜੇ ਹਰੀਆਬਾਦ ਦੇ ਲੋਕ ਆ, ਹੋਰ NRI ਵੀਰ ਆ, ਹੋਰ ਸਹਿਯੋਗੀ ਸੱਜਣ ਨੇ, ਉਹਨਾਂ ਦੀ ਸਹਿਯੋਗ ਨਾਲ ਜਿਹੜਾ ਇੱਥੇ ਇੱਕ ਬਹੁਤ ਹੀ ਜਿਹੜੇ ਕਹਿ ਸਕਦੇ ਕਿ ਆਲੀਸ਼ਾਨ ਜਿਹੜੀ ਇੱਕ ਪਾਰਕ ਬਣਾਈ ਗਈ ਆ, ਜਿਹਦੇ ਵਿੱਚ ਡਾਕਟਰ BR ਅੰਬੇਦਕਰ ਜੀ, ਕਾਂਚੀ ਰਾਮ ਜੀ, ਹੋਰ ਕਾਫੀ ਜਿਹੜੇ ਦਲਿਤ ਸਮਾਜ ਦੇ, ਜਿਹੜੇ ਬਹੁਜਨ ਸਮਾਜ ਦੇ ਜਿਹੜੇ ਰਹਿਬਰ ਹੋਏ ਆ, ਉਹਨਾਂ ਦੀਆਂ ਵੱਡੀਆਂ ਵੱਡੀਆਂ ਕਹਿ ਸਕਦੇ ਆ ਕਿ ਜਿਹੜੀਆਂ ਦਿਲ ਖਿੱਚਵੀਆਂ ਜਿਹੜੀਆਂ ਮੂਰਤੀਆਂ ਬਣਾਈਆਂ ਗਈਆਂ ਆ। ਸੋ ਪਹਿਲਾਂ ਤੁਹਾਨੂੰ ਸਾਰੀ ਜਿਹੜੀ ਪਾਰਕ ਆ ਉਹ ਦਿਖਾਉਂਦੇ ਆ। ਸੋ ਇਸ ਸਮੇਂ ਮੇਰੇ ਨਾਲ ਜਿਹੜੀ ਪੂਰੀ ਪਾਰਕ ਜਿਹਦੇ ਤੁਸੀਂ ਇਹ ਦਰਸ਼ਨ ਕਰਕੇ ਹਟੇ ਹੋ, ਇਹ ਉਹ ਜਿਹੜਾ ਸਾਰਾ ਪ੍ਰਬੰਧ ਹੈ, ਜਿਹੜਾ ਕਹਿ ਸਕਦੇ ਆ ਕਿ ਅਹਿਮ ਰੋਲ ਜਿਹੜਾ ਇਹਦੇ ਵਿੱਚ ਇਹ ਨਿਭਾਇਆ ਗਿਆ ਆ। ਉਹ ਜਿਹੜੇ ਇਹ ਦੋਵੇਂ ਪਤੀ ਪਤਨੀ ਮੇਰੇ ਨਾਲ ਖੜੇ ਨੇ, ਜੋ ਜਿਨ੍ਹਾਂ ਵਿੱਚ ਜਿਹੜੇ ਰਮੇਸ਼ ਕੌਰ ਨੇ, ਉਹ ਜਿਹੜੇ ਮੌਜੂਦਾ ਕੌਂਸਲਰ ਨੇ, ਤੇ ਉਹਨਾਂ ਦੇ ਜਿਹੜੇ ਵਾਈਫ ਨੇ ਸੀਤਾ ਕੌਲ ਜੀ, ਉਹ ਸਾਬਕਾ MC ਇੱਥੋਂ ਰਹਿ ਚੁੱਕੇ ਨੇ। ਕੌਲ ਸਾਹਿਬ, ਪਹਿਲਾਂ ਤਾਂ ਇਹ ਸਾਡੇ ਵੱਲੋਂ ਕੰਚ ਟੀਵੀ ਟੀਮ ਵੱਲੋਂ ਮੁਬਾਰਕਾਂ ਤੁਹਾਨੂੰ, ਕਿਉਂਕਿ ਬਹੁਤ ਹੀ ਵਧੀਆ ਕਹਿ ਸਕਦੇ ਆ ਆਲੀਸ਼ਾਨ ਜਿਹੜਾ ਇੱਕ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਹੈ। ਮੈਂ ਸਭ ਤੋਂ ਪਹਿਲਾਂ ਤਾਂ ਕਾਂਚੀ ਟੀਵੀ ਟੀਮ ਦੀ ਜਿਹੜੀ ਹੈ ਟੀਮ ਹੈ, ਉਹ ਅੱਜ ਸਾਡੀ ਡਾਕਟਰ BR ਅੰਬੇਡਕਰ ਪਾਰਕ ਦਾ ਉਹ ਸਰਵੇ ਕਰਨ ਕੇ ਇਹਦੀ ਇੰਟਰਵਿਊ ਕਰਨ ਆਈ ਆ, ਤੇ ਬਹੁਤ ਬਹੁਤ ਇਹਨਾਂ ਨੂੰ ਮੈਂ ਧੰਨਵਾਦ ਇਹਨਾਂ ਦਾ ਕਰਦਾ ਕਿ ਜਿਨ੍ਹਾਂ ਨੇ ਇਸ ਪਾਰਕ ਨੂੰ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਦਿਖਾਉਣ ਦਾ ਉਪਰਾਲਾ ਕੀਤਾ, ਤੇ ਬਹੁਤ ਬਹੁਤ ਜੀ ਆਇਆਂ ਜੀ ਤੁਹਾਡਾ। ਦੇਖੋ, ਪਹਿਲਾ ਸਵਾਲ ਤਾਂ ਮੇਰਾ ਇਹੀ ਹੈ, ਕਿਉਂਕਿ ਆਪਾਂ ਨਾਰਮਲੀ ਆਪਾਂ ਨੇੜੇ ਤੇੜੇ ਵੀ ਦੇਖੇ ਤਾਂ ਮੇਰੇ ਲੱਗਦਾ ਨਹੀਂ ਵੀ ਕੋਹਾਂ ਦੇ ਕੋਈ ਇੱਦਾਂ ਦਾ ਜਿਹੜਾ ਉਪਰਾਲਾ ਜਾਂ ਇੱਦਾਂ ਦੀ ਪਾਰਕ ਜਿਹੜੀ ਦੇਖਣ ਨੂੰ ਵੀ ਪਾਰਕਾਂ ਬਹੁਤ ਮਿਲ ਜਾਂਦੀਆਂ ਆ ਉਹਦੇ ਵਿੱਚ। ਪਰ ਜਿਹੜੀ ਇਹਦੇ ਵਿੱਚ ਖਾਸ ਗੱਲ ਮੈਂ ਕਹਿ ਸਕਦਾ ਕਿ ਸਾਡੇ ਰਹਿਬਰਾਂ ਦੀਆਂ ਜਿਸ ਤਰ੍ਹਾਂ ਇਹ ਤੁਸੀਂ ਵੱਡੀਆਂ ਵੱਡੀਆਂ ਜਿਹੜੀਆਂ ਮੂਰਤੀਆਂ ਬਣਵਾਈਆਂ ਗਈਆਂ ਆ, ਉਸ ਦੇ ਨਾਲ ਹੀ ਜਿਹੜੇ ਆ ਵੱਖ-ਵੱਖ ਆਪਾਂ ਦੀਵਾਰਾਂ ਉੱਤੇ ਦੇਖ ਸਕਦੇ ਆ ਕਿ ਇਹ ਸਾਡੇ ਜਿਹੜੇ ਰਹਿਬਰਾਂ ਦੇ ਅਨਮੋਲ ਬਚਨ ਸੀ, ਜਾਂ ਸਾਡੇ ਜਿਹੜੇ ਬੁੱਧੀਜੀਵੀ ਉਹਨਾਂ ਦੇ ਜਿਹੜੇ ਅਨਮੋਲ ਬਚਨ ਆ, ਉਹ ਤੁਸੀਂ ਲਿਖਾਏ ਹੋ ਕਿ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਪੀੜ੍ਹੀ ਜਾਂ ਇੱਥੇ ਜਿਹੜੇ ਸੈਰ ਕਰਨ ਆਉਂਦੇ, ਉਹ ਕਿਤੇ ਨਾ ਕਿਤੇ ਉਹਨੂੰ ਪੜ੍ਹ ਕੇ ਇੱਕ ਚੰਗੇ ਮਾਰਗ ਵੱਲ ਨੂੰ ਜਾਂਦੇ ਆ। ਇਹ ਪਹਿਲਾਂ ਤਾਂ ਇਹ ਦੱਸੋ ਕਿ ਇਹ ਜਿਹੜੀ ਸੋਚ ਇਹ ਆਈ ਕਿੱਦਾਂ ਕਿ ਇਸ ਤਰ੍ਹਾਂ ਜਿਹੜਾ ਕੋਈ ਉਪਰਾਲਾ ਇੱਥੇ ਕਰਨਾ ਹੈ? ਦੇਖੋ, ਮੈਂ ਜਦੋਂ ਤੋਂ ਬਹੁਜਨ ਲਹਿਰ ਦੇ ਨਾਲ ਜੁੜਿਆ, ਬਸਪਾ ਦੇ ਨਾਲ ਜੁੜਿਆ, ਬਸਪਾ ਦੇ ਨਾਲ ਜੁੜ ਕੇ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਸਾਹਿਬ ਨੂੰ ਪੜ੍ਹਿਆ, ਔਰ ਉਸ ਨੂੰ ਪੜ੍ਹ ਕੇ ਜਿਹੜੀ ਹੈ ਉਹ ਗਿਆਨ ਹਾਸਲ ਹੋਇਆ,
ਔਰ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ ਰਹਿ ਕੇ ਕੰਮ ਕੀਤਾ। ਸਾਹਿਬ ਕਾਂਸ਼ੀ ਰਾਮ ਜੀ ਦੀ ਕੀ ਸੋਚ ਆ, ਉਹ ਕੀ ਕਰਨਾ ਚਾਹੁੰਦੇ ਆ, ਭਾਰਤ ਦਾ ਸੰਵਿਧਾਨ ਕੀ ਕਹਿੰਦਾ, ਭਾਰਤ ਦੇ ਸੰਵਿਧਾਨ ਦੀ ਸੋਚ ਕੀ ਹੈ, ਉਹ ਜਦੋਂ ਅਸੀਂ ਬਹੁਜਨ ਲਹਿਰ ਦੇ ਨਾਲ ਰਲ ਕੇ ਕੰਮ ਕੀਤਾ ਤਾਂ ਉਹ ਸਾਡੇ ਦਿਮਾਗ ਵਿੱਚ ਜਾਗਰਤੀ ਜਿਹੜੀ ਆਈ ਹੈ। ਉਹਦੇ ਤਹਿਤ ਜਿਨ੍ਹਾਂ ਮਹਾਂਪੁਰਸ਼ਾਂ ਨੇ ਮਾਨਵ ਇੱਕ ਸਮਾਨ ਕਰਨ ਵਾਸਤੇ ਲੋਕਤੰਤਰ ਦੀਆਂ ਲੀਹਾਂ ਜਿਹੜੀਆਂ ਉਹ ਇਸ ਦੇਸ਼ ਨੂੰ ਦਿੱਤੀਆਂ, ਸੰਵਿਧਾਨ ਦਿੱਤਾ, ਉਸ ਤੋਂ ਪਹਿਲਾਂ ਜਿਹੜੇ ਹੈ ਮਹਾਂਪੁਰਸ਼ ਜਿਨ੍ਹਾਂ ਨੇ ਗਿਆਨ ਦੀ, ਵਿਦਵਤਾ ਦੀ, ਮਾਨਵ ਦੇ ਕਲਿਆਣ ਦੀ ਜਿਹੜੀ ਗੱਲ ਕੀਤੀ ਹੈ, ਉਹਨਾਂ ਮਹਾਂਪੁਰਸ਼ਾਂ ਨੂੰ ਸਾਡੇ ਮਨ ਦੇ ਵਿੱਚ ਜਦੋਂ ਉਹ ਬੈਠੇ ਆ ਤੇ ਜਦੋਂ ਅਸੀਂ ਪਹਿਲੀ ਵਾਰ ਬਹੁਜਨ ਲਹਿਰ ਦੇ ਉੱਤੋਂ 2002 ਦੇ ਵਿੱਚ ਮੈਂ ਪਹਿਲੀ ਵਾਰ MC ਬਣਿਆ ਤਾਂ ਸਾਡੀ ਇਹ ਸੋਚ ਸੀ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ ਉਹਨਾਂ ਦੇ ਨਾਂ ਤੇ ਕੁਛ ਨਾ ਕੁਛ ਬਣਨਾ ਚਾਹੀਦਾ ਔਰ ਜਿਨ੍ਹਾਂ ਲੋਕਾਂ ਨੇ ਸਾਨੂੰ ਜਿਤਾਇਆ ਉਹਨਾਂ ਦੇ ਵਾਸਤੇ ਅਸੀਂ ਇਸ ਵਾਰਡ ਦੇ ਵਿੱਚ ਕੋਈ ਅਜੂਬਾ ਕੰਮ ਕਰਨਾ। ਤੇ ਉਹਦਾ ਸਾਨੂੰ ਜਦੋਂ ਮੌਕਾ ਮਿਲਿਆ ਤੇ ਅਸੀਂ ਉਹਦੇ ਵਿੱਚ ਇੱਥੇ ਪਹਿਲਾਂ 100% ਸੀਵਰ ਤੇ ਵਾਟਰ ਸਪਲਾਈ ਪਵਾਇਆ ਸ਼ਹਿਰ ਦੇ ਵਿੱਚ ਹਦੀਆਬਾਦ ਦੇ ਵਿੱਚ, ਔਰ ਜਦੋਂ 100% ਸੀਵਰ ਤੇ ਵਾਟਰ ਸਪਲਾਈ ਪਿਆ ਤੇ ਇੱਥੇ ਫਿਰ ਜਿਹੜਾ ਇਹ ਛੱਪੜ ਸੀ ਬਹੁਤ ਡੂੰਘਾ, ਇਹ ਖਾਲੀ ਹੋ ਗਿਆ, ਵਿਹਲਾ ਹੋ ਗਿਆ। ਜਦੋਂ ਇਹ ਵਿਹਲਾ ਹੋਇਆ ਤੇ ਜਦੋਂ ਸਾਨੂੰ ਮੌਕਾ ਮਿਲਿਆ ਅਸੀਂ ਆਪਣੀ ਜਿਹੜੀ ਆ ਉਹ ਪਾਵਰ ਦੇ ਨਾਲ ਆਪਣੀ ਨਗਰ ਕੌਂਸਲ ਨੂੰ ਕਨਵਿੰਸ ਕਰਕੇ ਇੱਥੇ ਡਾਕਟਰ BR ਅੰਬੇਡਕਰ ਪਾਰਕ ਦੇ ਨਾਂ ਤੇ ਮਤਾ ਪਵਾਇਆ। ਤੇ ਇਹ ਮਤਾ ਜਿਹੜਾ ਇਹ ਪਹਿਲਾਂ ਜਦੋਂ ਮੈਂ ਜਿੱਤਿਆ ਸੀ, ਅਸੀਂ ਪਹਿਲਾਂ ਇਹਨੂੰ ਛੱਪੜ ਖਾਲੀ ਕਰਾਇਆ ਤੇ ਦੂਸਰੀ ਵਾਰ 2008 ਦੇ ਵਿੱਚ ਮੇਰੇ ਨਾਲ ਖੜੇ ਆ ਸ਼੍ਰੀਮਤੀ ਸੀਤਾ ਕੌਲ ਜੀ, ਮੇਰੇ ਵਾਈਫ, ਉਹ ਫਿਰ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਵੀ ਰਹੇ। ਉਹਨਾਂ ਨੇ ਫਿਰ ਇਹ ਜਿਹੜਾ ਆ ਇਹਦਾ ਉਦਘਾਟਨ ਵੀ ਕਰਾਇਆ ਔਰ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਜਿਹੜਾ ਉਦਘਾਟਨ ਆ ਉਹ ਇਹ ਹੋਇਆ ਸੀ। ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਜਿਹੜਾ ਇੱਕ ਭਾਰੀ ਕਹਿ ਸਕਦੇ ਸ਼ੁਰੂਆਤ ਤੁਸੀਂ ਕਰ ਦਿੱਤੀ, ਪਰ ਆਪਾਂ ਦੇਖ ਸਕਦੇ ਆ ਕਿ ਬੜਾ ਪੈਸਾ ਵੀ ਲੱਗਾ ਆ, ਸੋ ਹੋਰ ਵੀ ਜਿਹੜੀ ਇੱਕ ਟੀਮ ਵਰਕ ਚਾਹੀਦਾ ਤੇ ਸਹਿਯੋਗ ਵੀ ਕਾਫੀ ਚਾਹੀਦਾ। ਕਿੰਨਾ ਕੁ ਸਹਿਯੋਗ ਮਿਲਿਆ ਤੇ ਕਿੰਨੀਆਂ ਔਕੜਾਂ ਆਈਆਂ? ਜਿਹੜੀਆਂ ਔਕੜਾਂ ਆ, ਸਾਡਾ ਜਿਹੜਾ ਸਮਾਜ ਹੈ ਇਹ ਅਨਪੜ੍ਹ, ਅੰਧ ਵਿਸ਼ਵਾਸ 'ਚ ਫਸਿਆ ਹੋਇਆ, ਪਖੰਡਵਾਦ 'ਚ ਫਸਿਆ ਹੋਇਆ, ਇਹ ਦੁਸ਼ਮਣ ਦੇ ਜਿਹੜਾ ਉਹ ਘੇਰੇ 'ਚ ਜਲਦੀ ਆ ਜਾਂਦਾ, ਆਪਣਿਆਂ ਲਈ ਕੰਮ ਘੱਟ ਕਰਦਾ, ਦੁਸ਼ਮਣਾਂ ਲਈ ਕਰਦਾ। ਤੇ ਜਿਹੜੀ ਇਹ ਸ਼ੁਰੂਆਤ ਜਦੋਂ ਕੀਤੀ ਆ ਬਹੁਤ ਔਕੜਾਂ ਆਈਆਂ, ਆਪਣਿਆਂ ਦਾ ਵਿਰੋਧ ਬਹੁਤ ਝੱਲਣਾ ਪਿਆ। ਦੂਸਰਾ ਇਹ ਜਿਹੜਾ ਸਰਕਾਰ ਨੇ ਇੱਥੇ ਇੱਕ ਪੰਜੀ ਨਹੀਂ ਲਾਈ ਔਰ ਇਹ ਐਡਾ ਵੱਡਾ ਅਜੂਬਾ ਬਣਿਆ, ਜਦ ਕਿ ਬੂਟਾ ਮੰਡੀ ਦੇ ਵਿੱਚ ਲਗਭਗ 1.5 ਕਰੋੜ ਤੋਂ ਵੀ ਵੱਧ ਪੈਸਾ ਲਾਇਆ। ਇੱਥੇ ਜਿਹੜਾ ਆ ਸਰਕਾਰ ਨੇ, ਕਿਸੇ MLA ਨੇ, ਕਿਸੇ MP ਨੇ ਇੱਕ ਪੰਜੀ ਤੱਕ ਨਹੀਂ ਲਾਈ ਤੇ ਇਹ ਸਿਰਫ ਤੇ ਸਿਰਫ ਮਿਊਨਿਸਪਲ ਫੰਡਾਂ ਦੇ ਵਿੱਚੋਂ ਪਾਸ ਕਰਾ ਕੇ ਅਸੀਂ ਆਪਣੇ ਜਿਹੜਾ ਜਦੋਂ 100% ਸੀਵਰ ਤੇ ਵਾਟਰ ਸਪਲਾਈ ਪੈ ਗਿਆ ਤੇ ਨਾਲੀਆਂ ਵਿਹਲੀਆਂ ਹੋ ਗਈਆਂ, ਨਾਲੀਆਂ ਦੀਆਂ ਬੇਸ਼ੁਮਾਰ ਇੱਟਾਂ ਪੱਟ ਕੇ ਲਿਆ ਕੇ ਅਸੀਂ ਨੀਆਂ ਦੇ ਵਿੱਚ ਦਿੱਤੀਆਂ ਔਰ ਸ਼ਹਿਰ ਦਾ ਕੂੜਾ ਕਚਰਾ, ਕਾਰਖਾਨਿਆਂ ਦਾ ਕੂੜਾ ਔਰ ਜਿਹੜੀ ਜਿੱਥੇ ਅਸੀਂ ਲੋਕ ਟੈਲਾਂ ਮਨਜ਼ੂਰ ਕਰਾਈਆਂ ਸੀ ਉੱਥੇ ਫਿਰ ਪੱਥਰ ਜਿਹੜੇ ਪੱਟ ਹੁੰਦੇ ਸੀ, ਸਾਰਾ ਕਚਰਾ ਸੜਕਾਂ ਦਾ ਔਰ ਮਿੱਲਾਂ ਦੀ ਸਵਾਹ, ਸ਼ਹਿਰ ਦਾ ਕੂੜਾ ਪਾ ਕੇ 8000 ਟਰੱਕ ਟਰਾਲੀ ਇਹਦੇ ਵਿੱਚ ਪਾਇਆ ਔਰ ਨਾਲ ਪੱਕਾ ਜਿਹੜੀਆਂ ਨੀਆਂ ਭਰਨ ਵਾਸਤੇ ਕਾਰਖਾਨਿਆਂ ਦਾ ਕਚਰਾ ਲਿਆ ਕੇ ਥੱਲੇ ਪੱਥਰ ਜਿਹੜੇ ਆ ਉਹ ਦੇ ਕੇ ਜਿਹੜੀਆਂ ਨੀਆਂ ਆ ਉਹ ਅਸੀਂ ਭਰੀਆਂ। ਇਹਨੂੰ ਇਦਾਂ ਅਸੀਂ ਬਹੁਤ ਜਿਹੜਾ ਸੰਘਰਸ਼ ਦੇ ਨਾਲ ਇਹਨੂੰ ਬਣਾਇਆ ਔਰ ਲੋਕਾਂ ਦਾ ਵੀ ਜਿਹੜਾ ਸਹਿਯੋਗ ਰਿਹਾ ਜਦੋਂ, ਪਰ ਲੋਕ ਇਹ ਸੋਚਦੇ ਸੀ ਵੀ ਇਹ ਬਣ ਨਹੀਂ ਸਕਦਾ ਕਿਉਂਕਿ ਇਹ 25 ਫੁੱਟ ਡੂੰਘਾ ਆ, ਇਹ ਕਾਹਦੇ ਨਾ ਸਰਕਾਰ ਨੇ ਇਹਨੂੰ ਪੈਸੇ ਦੇਣੇ ਆ, ਨਾ ਐਡਾ ਵੱਡਾ ਬਜਟ ਹੋਵੇ ਤੇ ਨਾ ਇਹ ਬਣੇ। ਲੇਕਿਨ ਇਹ ਜਿਹੜਾ ਆ ਇਹ ਵੇਸਟ ਚੀਜ਼ਾਂ ਦੇ ਨਾਲ ਹੀ ਅਸੀਂ ਜਦੋਂ ਇਹਨੂੰ ਪੂਰ ਦਿੱਤਾ ਤੇ ਇਹਨੂੰ ਬਣਾ ਦਿੱਤਾ ਤੇ 5 ਮਈ 2013 ਨੂੰ ਇਹਦਾ ਉਦਘਾਟਨ ਕੀਤਾ। ਉਹ ਜਿਹੜੇ ਸਟੈਚੂ ਆ ਪਹਿਲਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਔਰ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ, ਇਹ ਅਸੀਂ ਮੋਗੇ ਤੋਂ ਆਪਣੇ ਜਿਹੜੇ ਪੈਸਿਆਂ ਦੇ ਨਾਲ ਪਹਿਲਾਂ ਤਿਆਰ ਕੀਤਾ ਸੀ ਕਿਉਂਕਿ ਸਾਡੇ ਵਿੱਚ ਇੱਕ ਬਹੁਤ ਵੱਡਾ ਇੱਕ ਇਹ ਸੀਗਾ ਜਜ਼ਬਾ ਵੀ ਅਸੀਂ ਜਿਹੜਾ ਇੱਥੇ ਇੱਕ ਅਜੂਬਾ ਬਣਾਉਣਾ ਤੇ ਉਹਦੀ ਸ਼ੁਰੂਆਤ 5 ਮਈ 2013 ਨੂੰ ਜਦੋਂ ਇੱਥੇ ਸਟੈਚੂ ਰੱਖ ਹੋ ਗਏ ਤਾਂ ਉਹਨਾਂ ਦਾ ਵੀ ਬਹੁਤ ਆਪਣਿਆਂ ਨੇ ਵਿਰੋਧ ਕੀਤਾ, ਪਰਚੇ ਤੱਕ ਦਰਜ ਕਰਾਉਣ ਦੀ ਜਿਹੜੀ ਗੱਲ ਚੱਲਦੀ ਸੀਗੀ। ਲੇਕਿਨ ਅਸੀਂ
ਕਹਿਤਾ ਵੀ ਇਹ ਲੋਕਾਂ ਦਾ ਹੁਣ ਜਿਹੜਾ ਪਾਰਕ ਆ ਲੋਕਾਂ ਵਾਸਤੇ ਅਸੀਂ ਲੋਕਾਂ ਦੇ ਸਪੁਰਦ ਕਰ ਦਿੱਤਾ। ਇੱਥੇ ਸਾਨੂੰ ਸਟੈਚੂ ਚੱਕਣ ਲਈ ਬੜਾ ਮਜਬੂਰ ਕੀਤਾ ਗਿਆ, ਪਰ ਅਸੀਂ ਜਿਹੜਾ ਟਸ ਤੋਂ ਮਸ ਨਹੀਂ ਹੋਏ, ਲੋਕਾਂ ਦੇ ਸਹਿਯੋਗ ਨਾਲ ਅਸੀਂ ਖੜੇ ਰਹੇ। ਜੇ ਮੇਨ ਸਹਿਯੋਗ ਦੀ ਗੱਲ ਕੀਤੀ ਜਾਵੇ, ਜੇ ਕਿਸੇ ਦਾ ਨਾਂ ਲੈਣਾ ਚਾਹੁੰਦੇ ਹੋ ਤਾਂ ਜਰੂਰ ਸਾਡੇ ਦਰਸ਼ਕਾਂ ਨੂੰ ਦੱਸਿਓ, ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਆ। ਸੋ ਸਹਿਯੋਗ ਚਾਹੀਦਾ ਸੀ, ਸੰਗਤਾਂ ਨੇ ਜਿਹੜੀ ਸਹਿਯੋਗ ਦਿੱਤਾ ਆ ਉਹਨਾਂ ਬਾਰੇ ਜਰੂਰ ਉਹਨਾਂ ਦਾ ਜ਼ਿਕਰ ਕਰਿਓ। ਦੇਖੋ, ਇਹ ਜਿਹੜਾ ਪਾਰਕ ਆ, ਅਸੀਂ ਇੱਕ ਸੇਵਾਦਾਰ ਆ, ਅਸੀਂ ਕੰਮ ਕਰਦੇ ਆ। ਇਹ ਜੋ ਪੈਸਾ ਆ, ਜੋ ਸਹਿਯੋਗ ਆ, ਇਹ ਸਾਰਾ ਲੋਕਾਂ ਦਾ ਹੀ ਆ। ਖਾਸ ਕਰਕੇ ਜਿਹੜੇ ਇੱਥੇ ਸਾਡੇ ਮੁਲਾਜ਼ਮ ਭਰਾ ਆ, ਉਹਨਾਂ ਦਾ ਵੀ ਬੜਾ ਯੋਗਦਾਨ ਆ। ਜਿਹਨੂੰ ਕਹਿ ਦਈਏ ਉਹ ਉਹਨੇ ਪੈਸੇ ਦਿੰਦੇ ਆ। ਔਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ NRI ਭਰਾ ਆ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। UK ਤੋਂ ਸਾਡੇ ਗੁਰਦਿਆਲ ਬੋਧ ਜੀ ਔਰ ਗੁਰਪ੍ਰੀਤ ਬਾਂਸੀ ਜੀ, ਇਹ ਜਿਹੜੇ BR ਕਟਾਰੀਆ ਜੀ, ਤਰਸੇਮ ਚਾਹਲ ਜੀ ਔਰ ਲਖਵੀਰ ਚਾਹਲ ਜੀ, ਇਹ ਬੀਬੀ ਮਹਿੰਦਰ ਕੌਰ ਰਤੂ ਜੀ, ਇਹਨਾਂ ਦਾ UK ਤੋਂ ਯੋਗਦਾਨ ਆ। ਔਰ ਸਾਡੇ ਅਮਰਜੀਤ ਬੰਗੜ ਜੀ ਨਿਊਜ਼ੀਲੈਂਡ ਤੋਂ, ਪਰਮਜੀਤ ਮਹਿਮੀ ਜੀ, ਜਰਨੈਲ ਸਿੰਘ ਜੀ ਨਿਊਜ਼ੀਲੈਂਡ ਤੋਂ, ਅਵਤਾਰ ਸਿੰਘ ਤਰਕਸ਼ੀਲ ਜੀ, ਧਰਮਪਾਲ ਬੰਗੜ ਜੀ, ਸੁਖਦੇਵ ਬੱਧਨ ਜੀ, ਜਸਵਿੰਦਰ ਸੰਧੂ ਜੀ, ਔਰ ਜਿਹੜੇ ਸਾਡੇ ਕਰਨੈਲ ਵਧਨ ਜੀ ਔਰ ਮਨਜੀਤ ਰਤੂ ਜੀ, ਤੇ ਹੋਰ ਬਹੁਤ ਸਾਰੇ ਉੱਥੋਂ ਜਿਹੜੇ ਆ ਸਾਥੀ ਆ। ਔਰ ਇਸੇ ਤਰ੍ਹਾਂ ਆਸਟਰੀਆ ਬਿਆਨਾ ਤੋਂ ਆਪਣੇ ਕੌਲਧਾਰ ਸਾਹਿਬ ਔਰ ਸਾਡੇ ਮਨਜੀਤ ਥਾਪਰ ਜੀ, ਔਰ ਜਿਹੜੀ ਆਹ ਸੇਵਾ ਕੀਤੀ ਆ ਜਰਮਨ ਤੋਂ, ਇਹ ਸਾਡੇ ਮਨਮੋਹਨ ਜੱਖੂ ਜੀ ਆ। ਇੱਧਰ ਸਮਰਸੀਬਲ ਲੱਗਾ ਆ, ਇਹ ਲਾਇਆ ਜਿਹੜਾ ਸਾਡੇ ਫਰਾਂਸ ਤੋਂ ਸੋਨੂ ਬੰਗੜ ਜੀ, ਸਰਬ ਢੰਡਾ ਜੀ। ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਦਾ ਸਟੈਚੂ ਜਿਹੜਾ ਆ ਉਹ ਗੁਰਪ੍ਰੀਤ ਬਾਂਸੀ ਤੇ ਆਪਣੇ ਜਿਹੜੇ ਆ ਉਹ ਗੁਰਦਿਆਲ ਬੋਧ ਪਰਿਵਾਰ, ਇਹਨਾਂ ਬਾਂਸੀ ਪਰਿਵਾਰ ਤੇ ਬੋਧ ਪਰਿਵਾਰ ਵੱਲੋਂ ਆ। ਔਰ ਸ਼ਾਹੂ ਛਤਰਪਤੀ ਜੀ ਦਾ ਸਟੈਚੂ ਮੱਖਣ ਲੋਹਾਰ ਜੀ ਤੇ ਉਹਨਾਂ ਦੀ ਟੀਮ ਵੱਲੋਂ ਆ। ਉਹ ਜਿਹੜਾ ਗੇਟ, ਬਹੁਤ ਵੱਡਾ ਗੇਟ ਬਣਿਆ, ਇਹ ਗੁਰਦਿਆਲ ਬੋਧ ਜੀ ਔਰ ਜਿਹੜੇ ਸਾਡੇ UK ਤੋਂ ਆ ਸਾਥੀ ਬਿਸ਼ਨ ਦਾਸ ਮਹੇ ਹੁਣੀ ਔਰ BR ਕਟਾਰੀਆ ਜੀ, ਉਹਨਾਂ ਦੁਆਰਾ ਆ। ਇਹ ਆਪਣੇ ਇੱਕ ਮਾਤਾ ਸਵਿਤਰੀ ਬਾਈ ਫੂਲੇ ਦਾ ਸਟੈਚੂ ਆ, ਇਹ ਵੀ ਆਪਣੇ ਬੋਧ ਪਰਿਵਾਰ ਵੱਲੋਂ ਜਿਹੜਾ ਦਾਨ ਕੀਤਾ ਹੋਇਆ। ਔਰ ਨਾਲ ਜਿਹੜਾ ਸਾਡੇ ਮਾਤਾ ਰਾਮਾ ਬਾਈ ਜੀ ਦਾ ਸਟੈਚੂ ਆ, ਉਹਨਾਂ ਦਾ ਉਹਦੇ ਵਿੱਚ ਵੀ ਮਨਜੀਤ ਸਾਡੇ USA ਤੋਂ ਆ, ਮਨਜੀਤ ਬੱਧਨ ਜੀ ਔਰ ਧਰਮਪਾਲ ਬੱਧਨ ਜੀ ਕੈਨੇਡਾ ਤੋਂ, ਉਹਨਾਂ ਦਾ ਬੇਸ਼ੁਮਾਰ ਬੜਮੁੱਲਾ ਯੋਗਦਾਨ ਆ। ਔਰ ਸਾਡੇ ਤਥਾਗਤ ਬੁੱਧਾ ਔਰ ਸ਼ੇਰਾਂ ਦੇ ਜਿਹੜੇ ਸਟੈਚੂ ਹੈ, ਇਹ ਬੀਬੀ ਮਹਿੰਦਰ ਕੌਰ ਜੀ ਰਤੂ ਦੁਆਰਾ ਦਾਨ ਕੀਤੇ ਗਏ ਆ। ਲਾਈਟਾਂ ਦਾ ਕੰਮ ਸ਼ੁਰੂਆਤ BR ਕਟਾਰੀਆ ਸਾਹਿਬ ਤੋਂ ਕੀਤਾ ਗਿਆ ਸੀ, ਜਿਹੜੇ UK ਤੋਂ ਆ। ਇਹ ਆਪਾਂ ਪਿੱਛੇ ਦੇਖ ਰਹੇ ਆ ਲਾਇਬ੍ਰੇਰੀ ਆ, ਇਹਦੇ ਵਿੱਚ ਰਵੀ ਮਹੇ ਜੀ ਔਰ ਸਾਡੇ ਜਸਵੀਰ ਬੰਗੜ ਜੀ ਇਟਲੀ ਤੋਂ, ਰਵੀ ਮਹੇ ਔਰ ਹੋਰ ਸਾਰੇ ਜਿਹੜੇ ਆ। ਔਰ ਨਾਲ ਬਾਥਰੂਮਾਂ ਦੀ ਸੇਵਾ ਸਾਡੇ ਜਿਹੜੇ ਆ ਉਹ ਸਾਥੀ ਪਰਮਜੀਤ ਮਹਿਮੀ ਜੀ ਤੇ ਜਸਵਿੰਦਰ ਸੰਧੂ ਜੀ, ਇਹਨਾਂ ਦੁਆਰਾ ਜਿਹੜਾ ਉਹ ਕੀਤੀ ਗਈ ਨਿਊਜ਼ੀਲੈਂਡ ਤੋਂ। ਉੱਪਰ ਜਿਹੜਾ ਹਾਲ ਆ ਉਹ ਸਾਡੇ ਬਹੁਜਨ ਸਮਾਜ ਪਾਰਟੀ ਦੇ ਵਿੱਚ ਬਾਬਾ ਬੋੜ ਜਿਹੜੇ ਹਰਭਜਨ ਲਾਖਾ ਜੀ ਸਾਬਕਾ MP, ਜਿਹੜੇ ਹੁਣ ਸਵਰਗੀਏ ਸਾਨੂੰ ਇੱਥੋਂ ਜਿਹੜਾ ਆ ਉਹ ਮਤਲਬ ਵਿਛੋੜਾ ਦੇ ਚੁੱਕੇ ਆ, ਉਹਨਾਂ ਦੇ ਪਰਿਵਾਰ ਵੱਲੋਂ, ਲਾਖਾ ਪਰਿਵਾਰ ਵੱਲੋਂ ਉੱਪਰਲਾ ਜਿਹੜਾ ਹਾਲ ਆ ਉਹ ਤਿਆਰ ਕੀਤਾ ਗਿਆ। ਔਰ ਇਹ ਸਿਰਫ ਤੇ ਸਿਰਫ ਪੈਸੇ ਦੇ ਨਾਲ ਹੀ ਜਿਹੜਾ ਆ ਇਹ ਸਾਰਾ ਕੁਝ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਵੀ ਜਿਹੜਾ ਪਖੰਡਵਾਦ, ਅੰਧ ਵਿਸ਼ਵਾਸ, ਜਾਤ ਪਾਤ, ਊਚ ਨੀਚ, ਗੈਰ ਬਰਾਬਰੀ ਦਾ ਪਾੜਾ ਜਿਹੜਾ ਉਹਨੂੰ ਖਤਮ ਕਰਕੇ ਸੰਵਿਧਾਨ ਦਾ ਮਤਲਬ ਹੈ ਆਪਣੇ ਆਪ ਨੂੰ ਸਵੈਮਾਨ ਵਾਸਤੇ, ਜਿਹੜਾ ਸਵਾਭੀਮਾਨ ਵਾਸਤੇ ਔਰ ਵਿਕਾਸ ਵਾਸਤੇ ਤੁਸੀਂ ਇਹ ਜਿਹੜਾ ਸੰਵਿਧਾਨ ਬਣਿਆ। ਔਰ ਸੰਵਿਧਾਨ ਨੂੰ ਚਲਾਉਣ ਵਾਸਤੇ ਜਿਹੜੇ ਲੋਕ ਦੁਖੀ ਆ ਉਹਨਾਂ ਦੀ ਵੋਟ ਦਾ ਜਿਹੜਾ ਇਸਤੇਮਾਲ ਕਰਨ ਦਾ ਮੌਕਾ ਦਿੱਤਾ ਵੀ ਜੇ ਤੁਸੀਂ ਦੁਖੀ ਆ ਜਿਹੜਾ ਉਹ ਨੁਮਾਇੰਦਾ ਚੁਣ ਸਕਦੇ ਆ। ਔਰ ਸੰਵਿਧਾਨ ਤੁਹਾਡੇ ਵਾਸਤੇ ਆ, ਕਿਉਂਕਿ ਜੋ ਸੰਵਿਧਾਨ ਦੀ ਜਿਹੜੀ ਪ੍ਰੀਐਂਬਲ ਆ ਉਹਦੇ ਵਿੱਚ ਜਿਹੜਾ ਆ ਨਾ ਜਾਤ, ਨਾ ਧਰਮ, ਨਾ ਰੰਗ, ਨਾ ਨਸਲ, ਨਾ ਜਿਹੜਾ ਆ ਖੇਤਰ, ਸਿਰਫ ਤੇ ਸਿਰਫ
ਯੋਗਤਾ ਨੂੰ ਅਹਿਮੀਅਤ ਦਿੱਤੀ ਗਈ ਆ, ਕੁਆਲਿਟੀ ਨੂੰ ਅਹਿਮੀਅਤ ਦਿੱਤੀ ਗਈ ਆ। ਉਹ ਕੁਆਲਿਟੀ ਵਾਸਤੇ ਆਪਣੀ ਜਿਹੜਾ ਬੁੱਧੀ ਦਾ ਇਸਤੇਮਾਲ ਕਰਨ ਦਾ ਰਾਹ ਜਿਹੜਾ ਆ ਉਹ ਸਾਡੇ ਮਹਾਂਪੁਰਸ਼ਾਂ ਨੇ ਦਿੱਤਾ ਆ। ਗੁਲਾਮੀ ਨੂੰ ਖਤਮ ਕਰਨ ਦਾ ਰਾਹ ਦਿੱਤਾ, ਔਰ ਸਭ ਤੋਂ ਜ਼ਿਆਦਾ ਗੁਲਾਮ ਜਿਹੜੀ ਆ ਔਰਤ ਨੂੰ ਬਣਾਇਆ ਸੀ, ਤੇ ਔਰਤ ਨੂੰ ਬਲ ਦੇਣ ਦਾ ਕੰਮ ਜਿਹੜਾ, ਔਰਤ ਨੂੰ ਪਹਿਲੀ ਦੇਸ਼ ਦੀ ਅਧਿਆਪਕਾ ਬਣਾਉਣ ਦਾ ਕੰਮ ਜਿਹੜਾ ਉਹ ਸਾਡੇ ਮਹਾਂਪੁਰਸ਼ਾਂ ਨੇ, ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਕੀਤਾ। ਔਰ ਪਹਿਲੀ ਅਧਿਆਪਕਾ ਜਿਹੜੀ ਆ ਉਹ ਸਾਡੇ ਮਾਤਾ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ ਨੂੰ ਬਣਾਇਆ। ਤੁਸੀਂ ਔਰਤਾਂ ਦੀ ਗੱਲ ਕੀਤੀ ਹੈ, ਮੈਡਮ ਹੁਣੀ ਸਾਡੇ ਨਾਲ ਨੇ। ਸ਼ਾਇਦ ਮੇਰੇ ਖਿਆਲ ਨਾਲ ਜਿਹੜੀ ਔਰਤਾਂ ਦਾ ਜਾਂ ਦਰਦ ਆ ਜਾਂ ਜੋ ਉਹਨਾਂ ਨੂੰ ਨਿੱਜੀ ਜ਼ਿੰਦਗੀ ਵਿੱਚ ਤਕਲੀਫਾਂ ਆਉਂਦੀਆਂ ਉਹ ਇੱਕ ਔਰਤ ਜ਼ਿਆਦਾ ਸਮਝ ਸਕਦੀ ਹੈ। ਮੈਡਮ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਕਿ ਤੁਸੀਂ MC ਬਣੇ ਤੇ ਉਸ ਤੋਂ ਵਾਈਸ ਪ੍ਰਧਾਨ ਰਹੇ, ਕੀ ਉਹਨਾਂ ਔਰਤਾਂ ਨੂੰ ਕਹਿਣਾ ਚਾਹੋਗੇ ਕਿ ਕਿਉਂਕਿ ਇਹ ਜਿਹੜੀ ਔਰਤ ਆ, ਆਪਾਂ ਨਾਰਮਲੀ ਇਹ ਗੱਲਾਂ ਤਾਂ ਕਰ ਦਿੰਦੇ ਆ ਕਿ ਔਰਤ ਮਰਦ ਦੇ ਬਰਾਬਰ ਆ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਔਰਤਾਂ ਖਾਸ ਕਰ ਜਿਹੜੇ ਪੇਂਡੂ ਇਲਾਕੇ ਆ, ਕਿਉਂਕਿ ਆਪਾਂ ਉਸ ਏਰੀਆ ਵਿੱਚੋਂ ਆਉਂਦੇ ਆ ਜਿੱਥੇ ਆਮ ਜਨਤਾ ਰਹਿੰਦੀ ਆ, ਸੋ ਉਹਦੇ ਵਿੱਚ ਔਰਤਾਂ ਕਿਤੇ ਨਾ ਕਿਤੇ ਹੱਲੇ ਵੀ ਗੁਲਾਮੀ ਵਾਲੀਆਂ ਜਾਂ ਕਹਿ ਸਕਦੇ ਮਾਨਸਿਕ ਗੁਲਾਮੀ ਉਹਨਾਂ ਦਾ ਇਹ ਸਹਿ ਰਹੀਆਂ। ਕੀ ਕਹਿਣਾ ਚਾਹੋਗੇ ਇੱਦਾਂ ਦੀਆਂ ਔਰਤਾਂ ਨੂੰ ਕਿ ਜਿਹੜੇ ਆਪਣੇ ਹੱਕਾਂ ਤੋਂ ਜਾਣੂ ਹੋ ਸਕਣ ਅਤੇ ਇਹ ਜੇ ਕੋਈ ਉਹਨਾਂ ਨਾਲ ਧੱਕਾ ਕਰਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਉਹਨਾਂ ਉੱਤੇ ਜ਼ੁਲਮ ਹੁੰਦਾ ਤੇ ਉਹਦਾ ਡਟ ਕੇ ਵਿਰੋਧ ਕਰ ਸਕਣ? ਸਭ ਤੋਂ ਵੱਡੀ ਤਾਂ ਗੱਲ ਜਿਹੜੀ ਆ ਉਹ ਅਗਿਆਨਤਾ ਆ। ਔਰਤਾਂ ਨੂੰ ਜਿਹੜੀ ਅਗਿਆਨਤਾ ਆ ਉਹਦੇ ਕਰਕੇ ਉਹ ਇੱਦਾਂ ਦੀ ਦਲਦਲ ਵਿੱਚ ਹੱਲੇ ਵੀ ਬਹੁਤ ਜ਼ਿਆਦੀਆਂ ਔਰਤਾਂ ਫਸੀਆਂ ਹੋਈਆਂ ਆ। ਸਾਨੂੰ ਇਸੇ ਕਰਕੇ ਲੜਕੀਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਆ, ਤਾਂ ਕਿ ਲੜਕੀਆਂ ਪੜ੍ਹਨਗੀਆਂ, ਔਰਤ ਪੜ੍ਹੂਗੀ ਤਾਂ ਆਪਣੇ ਹੱਕਾਂ ਬਾਰੇ ਉਹ ਆਪਣਾ ਧਿਆਨ ਰੱਖ ਸਕਦੀ ਵੀ ਸਾਡੀਆਂ ਕੀ ਸਾਡੇ ਅਧਿਕਾਰ ਆ, ਕੀ ਸਾਡੇ ਹੱਕ ਆ। ਜੇ ਅਸੀਂ ਪੜ੍ਹਾਂਗੇ ਤਾਂ ਫਿਰ ਹੀ ਅਸੀਂ ਇਸ ਗੱਲ ਤੋਂ ਜਾਣੂ ਹੋਵਾਂਗੇ। ਤਾਂ ਹੀ ਜੇ ਸਾਡੇ ਤੇ ਜੋ ਤਸ਼ੱਦਦ ਹੋ ਰਿਹਾ ਆ, ਜੋ ਵੀ ਸਾਡੇ ਤੇ ਅਤਿਆਚਾਰ ਹੋ ਰਹੇ ਆ, ਉਹਦਾ ਵਿਰੋਧ ਕਰਾਂਗੇ, ਫਿਰ ਹੀ ਅਸੀਂ ਕਰ ਸਕਦੇ ਜੇ ਅਸੀਂ ਜਾਗਰੂਕ ਹੋਵਾਂਗੇ। ਇਸ ਕਰਕੇ ਸਾਡੇ ਰਹਿਬਰਾਂ ਨੇ ਤਾਂ ਸਾਡੇ ਵਾਸਤੇ ਬਹੁਤ, ਸਾਡੀ ਜ਼ਿੰਦਗੀ ਨੂੰ ਬਹੁਤ ਖੁਸ਼ਹਾਲ, ਔਰਤ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਬਹੁਤ ਕੁਝ ਕੀਤਾ, ਪਰ ਅਸੀਂ ਉਹਨਾਂ ਦੇ ਰਸਤੇ ਤੇ ਹੱਲੇ ਤੱਕ ਵੀ ਨਹੀਂ ਚੱਲੇ। ਤੇ ਲੜਕੀਆਂ ਨਾਲ ਇੰਨੇ ਬਲਾਤਕਾਰ ਹੋ ਰਹੇ ਆ, ਔਰਤਾਂ ਨਾਲ ਇੰਨੇ ਧੱਕਾਸ਼ਾਹੀ ਹੋ ਰਹੀ ਆ, ਕਿਉਂਕਿ ਉਹ ਚੁੱਪ ਕਰਕੇ ਬੈਠ ਜਾਂਦੇ ਆ। ਉਹਨਾਂ ਨੂੰ ਆਪਣੇ ਹੱਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ, ਨਾ ਉਹ ਪੁਲਿਸ ਕੋ ਜਾਂਦੇ ਆ, ਨਾ ਕੋਈ ਰਿਪੋਰਟ ਲਿਖਵਾਉਂਦੇ। ਬਹੁਤ ਜ਼ਿਆਦਾ ਤਾਂ ਜਾਣੀ ਕਿ ਜਿਹੜੇ ਕੇਸ ਹੁੰਦੇ ਇੱਦਾਂ ਦੇ ਦੱਬ ਕੇ ਹੀ ਰਹਿ ਜਾਂਦੇ ਆ। ਅਗਰ ਅਸੀਂ ਪੜ੍ਹਾ ਲਿਖਾਂਗੇ, ਸਾਨੂੰ ਆਪਣੇ ਹੱਕਾਂ ਬਾਰੇ ਅਧਿਕਾਰ ਪਤਾ ਹੋਣਗੇ ਤਾਂ ਹੀ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ। ਬਾਬਾ ਸਾਹਿਬ ਨੇ ਸਾਨੂੰ ਇੰਨੇ ਅਧਿਕਾਰ ਲੈ ਕੇ ਦਿੱਤੇ, ਪਰ ਅਸੀਂ ਹੱਲੇ ਤੱਕ ਉਹਦਾ ਕੋਈ ਸਹੀ ਫਾਇਦਾ ਨਹੀਂ ਲੈ ਸਕੇ। ਔਰਤ ਜੇ ਅੱਜ ਪੜ੍ਹੀ ਲਿਖੀ ਆ, ਜੋ ਜਾਣੀ ਕਿ ਸ਼ਹਿਰਾਂ ਵਿੱਚ ਤਾਂ ਕਾਫੀ ਚਲੋ ਹੱਦ ਤੱਕ ਅੱਜ ਔਰਤ ਹਰ ਕੋਈ ਚਾਹੁੰਦੀ ਆ ਵੀ ਮੇਰੀ ਲੜਕੀ ਮੇਰੇ ਤੋਂ ਜ਼ਿਆਦਾ ਪੜ੍ਹੇ। ਜੇ ਉਹ ਪੜ੍ਹਦੀਆਂ ਆ, ਪੜ੍ਹਾਈ ਦੇ ਨਾਲ ਨਾਲ ਚਲੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਰਹਿਬਰਾਂ ਬਾਰੇ ਜੋ ਸਾਨੂੰ ਦੱਸੇ ਹੋਏ ਉਹਨਾਂ ਦੀਆਂ ਬੁੱਕਾਂ ਆ ਉਹ ਸਾਨੂੰ ਪੜ੍ਹਨੀਆਂ ਚਾਹੀਦੀਆਂ, ਤਾਂ ਕਿ ਸਾਨੂੰ ਆਪਣੇ ਰਹਿਬਰਾਂ ਬਾਰੇ ਵੀ ਜਾਣਕਾਰੀ ਮਿਲ ਸਕੇ। ਚਲੋ ਵਿੱਦਿਆ ਜਿਹੜੀ ਆਪਣੀ ਪੜ੍ਹਾਈ ਉੱਦਾਂ ਆਪਾਂ ਸਕੂਲਾਂ ਵਿੱਚ ਕਰਦੇ ਉਹ ਤਾਂ ਅਲੱਗ ਆ, ਪਰ ਸਾਡੇ ਰਹਿਬਰਾਂ ਨੇ ਸਾਡੇ ਵਾਸਤੇ ਇੰਨਾ ਕੁਛ ਸਾਡੇ ਵਾਸਤੇ ਕੀਤਾ ਆ, ਉਹਦੇ ਬਾਰੇ ਸਾਨੂੰ ਜਾਣੀ ਕਿ ਬੱਚਿਆਂ ਨੂੰ ਜਿਹੜੀ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ। ਪਾਰਕ ਤੁਸੀਂ ਦੇਖ ਲਈ, ਪਾਰਕ ਬਾਰੇ ਕਾਲ ਹੋਣੀ ਸਾਰਾ ਕੁਝ ਦੱਸ ਦਿੱਤਾ, ਬਟ ਇਹਦੇ ਨਾਲ ਕੁਛ ਕੁ ਚੀਜ਼ਾਂ ਜਿਹੜੀਆਂ ਉਹ ਸਾਰੀ ਅਧੀਨ ਆ, ਕਿਉਂਕਿ ਇੱਕ ਬੈਕ ਸਾਈਡ ਜਿਹੜਾ ਪੈਲਸ ਹੈ ਉਹ ਵੀ ਬਣ ਰਿਹਾ, ਉਹਦੇ ਬਾਰੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਕਿੰਨਾ ਕੁ ਉੱਥੇ ਖਰਚਾ ਆ ਰਿਹਾ ਆ ਤੇ ਕਿੰਨਾ ਦਾ ਸਹਿਯੋਗ ਮਿਲ ਰਿਹਾ, ਤੇ ਉੱਥੇ ਜਾ ਕੇ ਜਿਹੜੀ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਦਿਖਾ ਲਾਂਗੇ ਕਿ ਜਿਹੜਾ ਪੈਲਸ ਸਾਰੀ ਅਧੀਨ ਆ ਤੇ ਕਦੋਂ ਤੱਕ ਉਹਦੇ ਤਿਆਰ ਹੋਣ ਦੀ ਜਿਹੜੀ ਆਸ਼ਾ ਹੈ ਇਹਨਾਂ ਨੂੰ। ਇਸ ਸਮੇਂ ਅਸੀਂ ਇਹ ਜਿਹੜੇ ਮੈਂ ਪੈਲਸ ਦੀ ਪਹਿਲਾਂ ਗੱਲ ਕੀਤੀ ਸੀ ਉੱਥੇ ਖੜੇ ਆ, ਜੋ ਸਾਰੀ ਅਧੀਨ ਆ। ਸੋ ਕੌਲ ਸਾਹਿਬ, ਇਹ ਜਿਹੜਾ ਪੈਲਸ ਆ ਇਹਦੇ ਬਾਰੇ ਥੋੜੀ ਜਿਹੀ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਕਿੰਨਾ ਕੁ ਕੰਮ ਰਹਿੰਦਾ ਤੇ ਕਦੋਂ ਤੱਕ ਇਹਦੀ ਜਿਹੜੀ ਆਸ ਆ ਕਿ ਇਹ ਜਿਹੜਾ ਤਿਆਰ ਹੋ ਕੇ ਇਹ ਸੰਗਤਾਂ ਦੇ ਜਿਹੜਾ ਝੋਲੀ ਪਾ ਦਿੱਤਾ ਜਾਵੇਗਾ। ਅਸੀਂ ਦੇਖੋ ਇਹਨੂੰ ਕਰੀਬ ਜਿਹੜੇ 3-4 ਸਾਲ ਹੋ ਗਏ, ਸ਼ੁਰੂਆਤ ਇਹਨਾਂ ਨੂੰ 4 ਸਾਲ ਤੋਂ ਕੀਤੀ ਸੀਗੀ, ਤੇ ਹੁਣ ਅਸੀਂ ਇਹਦਾ ਜਿਹੜਾ ਗੈਲਰੀ ਦਾ ਲੈਂਟਰ ਪਾਉਣ ਜਾ ਰਹੇ ਹਾਂ, ਕਿਉਂਕਿ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਕੰਮ ਚੱਲ ਰਿਹਾ, ਤੇ ਅਸੀਂ ਚਾਹੁੰਦੇ ਹਾਂ ਕਿ ਇਸ ਟਾਈਮ ਜਿੱਦਾਂ ਜਿਹੜੇ ਲੋਕ ਬਹੁਤ ਕਰੋਨਾ ਕਰਕੇ ਵੀ ਮਾਤੜ ਆ, ਐਲਸ ਬੁੱਕ ਨਹੀਂ ਕਰ ਸਕਦੇ, ਉਹ ਉੱਦਾਂ ਤਾਂ ਗੈਦਰਿੰਗ ਵੀ ਨਹੀਂ ਕਰ ਸਕਦੇ, ਇਸ ਕਰਕੇ ਜਿਹੜੇ ਫੰਕਸ਼ਨ ਆ ਉਹ ਤਕਰੀਬਨ ਜਿਹੜੇ ਸਾਂਝੇ ਮਹੱਲਿਆਂ ਦੇ ਵਿੱਚ ਇਹ ਹਾਲ ਹੁੰਦੇ ਆ, ਤੇ ਇਹਨਾਂ ਦੇ ਵਿੱਚ ਕੋਈ ਬਾਹਲਾ ਮਨਜ਼ੂਰੀਆਂ ਵੀ ਲੈਣ ਦੀ ਲੋੜ ਨਹੀਂ ਹੁੰਦੀ ਜਾਂ ਕਿੱਦਾਂ ਵੀ ਆ। ਤੇ ਲੇਕਿਨ ਇਹ ਆ ਬਈ ਇਹ ਗਰੀਬਾਂ ਵਾਸਤੇ ਸੁੱਖ ਦੁੱਖ ਦੇ ਪ੍ਰੋਗਰਾਮ ਕਰਨ ਵਿੱਚ ਜਿਹੜਾ ਸਹਾਈ ਹੋਏਗਾ, ਤਾਂ ਕਿ ਅਸੀਂ ਇਹਨੂੰ
ਹੁਣ ਜਲਦੀ ਬਣਾਉਣ ਜਾ ਰਹੇ ਹਾਂ। ਬਜਟ ਸਾਡੇ ਕੋਲ ਥੋੜਾ ਹੀ ਸੀ, ਜਿਹੜਾ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ ਤੋਂ ਬਾਅਦ 2 ਲੱਖ ਦਾ ਬਜਟ ਸੀ, ਲੇਕਿਨ ਇਹ 13 ਲੱਖ ਦਾ ਕੰਮ ਆ। ਔਰ ਬੜੀ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਨੌਜਵਾਨ ਸਾਥੀਆਂ ਨੂੰ ਮੈਂ ਨਾਲ ਲੈ ਕੇ ਜਾਣਾ, ਔਰ ਜਿਹਦੇ ਕੋਲ ਜਾਈਦਾ ਜਿੰਨੀ ਡਿਊਟੀ ਲਾਉਂਦੇ ਆ ਉਹ ਦਾਨ ਲੈਣ ਦੀ, ਉਹ ਸਾਰੇ ਸਾਨੂੰ ਸਹਿਯੋਗ ਕਰ ਰਹੇ ਆ। ਇੱਥੇ ਕਿਸੇ ਵੀ ਫਿਰਕੇ ਦਾ, ਜਾਤੀ ਦਾ ਬੋਲਬਾਲਾ ਨਹੀਂ। ਇਹ ਸਾਰਾ ਜਗ੍ਹਾ ਜਿਹੜੀ ਹੈ ਇਹ ਮਤਲਬ ਸਰਕਾਰੀ ਆ ਤੇ ਲੋਕਾਂ ਦੀ ਆ, ਤੇ ਲੋਕ ਸਰਕਾਰਾਂ ਚੁਣਦੇ ਆ। ਜੇ ਅਸੀਂ ਲੋਕਤੰਤਰ ਦੀ ਰੱਖਿਆ ਕਰਾਂਗੇ, ਸੰਵਿਧਾਨ ਦੀ ਰੱਖਿਆ ਕਰਾਂਗੇ, ਤਾਂ ਹਰ ਵਿਅਕਤੀ ਦੀ ਰੱਖਿਆ ਕਰਾਂਗੇ, ਹਰ ਇੱਕ ਦਾ ਸਨਮਾਨ ਕਰਾਂਗੇ। ਇਸ ਕਰਕੇ ਇਹ ਜਲਦੀ ਜਿਹੜਾ ਅਸੀਂ ਤਕਰੀਬਨ 1 ਮਹੀਨੇ ਦੇ ਵਿੱਚ ਅਸੀਂ ਇਹ ਲੈਂਟਰ ਗੈਲਰੀ ਦਾ ਪਾ ਦੇਣਾ। ਉਹਦੇ ਤੋਂ ਬਾਅਦ ਜਿਹੜਾ ਉੱਪਰ 12 ਫੁੱਟ ਤੇ ਅਗਲੀ ਜਿਹੜੀ ਹੈ ਮੇਨ ਛੱਤ ਪਏਗੀ। ਅਸੀਂ 2 ਸਾਲ ਦੇ ਵਿੱਚ ਇਹਨੂੰ ਬਣਾਉਣਾ ਚਾਹੁੰਦੇ ਆ, ਪਰ ਬਣਾ ਇਹ ਜਨਤਾ ਦੇ, ਲੋਕਾਂ ਦੇ ਸਹਿਯੋਗ ਨਾਲ ਹੀ ਬਣਨਾ। ਅਸੀਂ ਸਿਰਫ ਇੱਕ ਕਾਰਜ ਲੈ ਕੇ ਤੁਰੇ ਹੋਏ ਆ, ਲੇਕਿਨ ਇਹ ਆ ਬਈ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਮਿਹਨਤ ਕੋਲੋਂ ਕਰਾਂਗੇ, ਪੈਸਾ ਵੀ ਆਪਣੇ ਜਿਹੜਾ ਕੋਲੋਂ ਲਾਵਾਂਗੇ। ਜਿਹੜਾ ਲੋਕਾਂ ਦਾ ਪੈਸਾ ਆ ਉਹ ਜਿਸ ਮਨਸ਼ਾ ਨਾਲ ਭੇਜਿਆ ਜਾਂਦਾ, ਉਸੇ ਮਨਸ਼ਾ ਦੇ ਤਹਿਤ ਜਿੱਥੇ ਉਹਨੇ ਭੇਜਣਾ ਉਹ ਲੱਗੇਗਾ। ਕੰਚ ਟੀਵੀ ਵੱਲੋਂ ਤੁਹਾਨੂੰ, ਤੁਹਾਡੀ ਵਾਈਫ ਨੂੰ ਜੋ ਤੁਹਾਡੇ ਸਹਿਯੋਗ, ਜਿਹੜੇ ਨੇ ਸਹਿਯੋਗ ਦਿੱਤਾ, NRA ਵੀਰ, ਤੁਹਾਡੇ ਹੋਰ ਜਿਹੜੇ ਨੇੜੇ ਤੇੜੇ ਦੇ ਜਿਨ੍ਹਾਂ ਨੇ ਇਸ ਹਰੀਆਬਾਦ ਮੁਹੱਲੇ ਦੇ ਲੋਕ ਹੈ ਜਿਹਨਾਂ ਨੇ ਤੁਹਾਡਾ ਇਸ ਵਧੀਆ ਕਹਿ ਸਕਦੇ ਕਿ ਕੰਮ ਲਈ ਸਹਿਯੋਗ ਕੀਤਾ, ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ। ਤੇ ਹੋਰ ਵੀ ਜਿਹੜੇ ਸਾਥੀ ਆ ਜਾਂ ਹੋਰ ਵੀ ਜਿਹੜੇ ਇਹ ਸਾਡੇ ਲੀਡਰ ਆ, ਖਾਸ ਕਰ ਉਹਨਾਂ ਨੂੰ ਅਜਿਹੇ ਲੀਡਰਾਂ ਤੋਂ ਇਹ ਸਿੱਖਿਆ ਲੈਣ ਦੀ ਇਹ ਇੱਕ ਗੱਲ ਆਖਦੇ ਆ, ਕਿਉਂਕਿ ਅਜਿਹੇ ਲੋਕਾਂ ਦੀ ਲੋੜ ਹੈ ਜਿਹੜੇ ਆਪਣੇ ਰਹਿਬਰਾਂ ਦੇ ਦੱਸੇ ਮਾਰਗ ਉੱਤੇ ਚੱਲਦੇ ਆ ਤੇ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਨੂੰ ਕਿਤੇ ਨਾ ਕਿਤੇ ਪੂਰੀ ਕਰਨ ਲਈ ਆਪਣਾ ਜਿਹੜਾ ਇਹ ਤਨ ਮਨ ਧਨ ਜਿਹੜਾ ਇਹ ਲਾ ਕੇ ਬੈਠੇ ਆ। ਮੈਂ ਪਹਿਲਾਂ ਤਾਂ ਬੈਂਸ ਸਾਹਿਬ ਤੁਹਾਡਾ, ਤੁਹਾਡੀ ਟੀਮ ਦਾ, ਕਾਂਛੀ ਟੀਵੀ ਟੀਮ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਜਿਹੜਾ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਇਹ ਬਹੁਜਨ ਪ੍ਰੇਰਨਾ ਸਥਾਨ ਨੂੰ ਦਿਖਾਉਣ ਦਾ, ਪਾਰਕ ਨੂੰ, ਲਾਇਬ੍ਰੇਰੀ ਨੂੰ, ਸਟੱਡੀ ਹਾਲ ਨੂੰ ਤੇ ਡਾਕਟਰ ਅੰਬੇਡਕਰ ਜਿਹੜਾ ਪੈਲਸ ਬਣਨ ਜਾ ਰਿਹਾ ਉਹਨੂੰ ਤੁਸੀਂ ਦਿਖਾਇਆ, ਤੇ ਸਾਡੇ ਜਿਹੜੇ ਆ ਵਿਚਾਰ ਉਹਨਾਂ ਨੂੰ ਦੁਨੀਆ ਤੱਕ ਲਿਜਾਣ ਦਾ ਉਪਰਾਲਾ ਕੀਤਾ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਨਾਲ ਮੈਂ ਇਹ ਜਿਹੜਾ ਇੱਕ ਅਪੀਲ ਕਰਦਾ ਕਿ ਸੰਵਿਧਾਨ ਜਿਹੜਾ ਆ ਹਰ ਇੱਕ ਦੇ ਲਈ ਬਣਿਆ ਆ, ਲੇਕਿਨ ਸੰਵਿਧਾਨ ਤੇ ਕਾਬਜ ਲੋਕ ਜਿਹੜੇ ਆ ਉਹ ਸੰਵਿਧਾਨ ਨੂੰ ਚਲਾਉਣ ਵਾਲੇ ਨਹੀਂ ਔਰ ਸੰਵਿਧਾਨ ਨੂੰ ਮੰਨਣ ਵਾਲੇ ਨਹੀਂ। ਤੇ ਅਪੀਲ ਕਰਦਾ ਕਿ ਜਿਹੜੀ ਪੰਜਾਬ ਦੇ ਵਿੱਚ ਗਿਣਤੀ ਹੈ ਉਹ ਜਿਵੇਂ ਸਾਡੇ ਕਿਸਾਨ ਭਰਾਵਾਂ ਦੀ ਬੇਸ਼ੁਮਾਰ 52% ਸਿੱਖ ਆ ਔਰ ਸ਼ਡਿਊਲ ਕਾਸਟ 36% ਤੋਂ ਉੱਪਰ ਆ। ਸਾਡਾ ਜਿਹੜਾ ਪੀੜਾ ਸਾਡੀ ਇੱਕ ਆ, ਦੁੱਖ ਸਾਡਾ ਇੱਕ ਆ, ਉਹ ਦੁੱਖ ਨੂੰ ਨਿਵਾਰਨ ਦਾ ਸਾਡੇ ਕੋਲ ਸਾਡੇ ਮਹਾਂਪੁਰਸ਼ਾਂ ਨੇ ਪਾਵਰ ਦਿੱਤੀ ਆ। ਤੇ ਕਿਉਂ ਨਾ ਅਸੀਂ ਜਿਹੜਾ ਉਪਰਾਲਾ ਕਰੀਏ ਕਿ 2022 ਦੇ ਵਿੱਚ ਜਿਹੜਾ ਆ ਅਸੀਂ ਆਪਣੇ ਰਹਿਬਰਾਂ ਦੀ ਸੋਚ ਨੂੰ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕਰੀਏ। ਆਓ ਰਲ ਮਿਲ ਕੇ ਇਕੱਠੇ ਹੋਵੋ ਔਰ ਜਾਤੀ ਹੰਕਾਰ ਨੂੰ ਛੱਡੀਏ ਔਰ ਜਾਤੀ ਤੋੜੋ ਸਮਾਜ ਜੋੜੋ ਦਾ ਕੰਮ ਕਰਕੇ ਅਸੀਂ ਬਹੁਜਨ ਸਮਾਜ ਬਣਾ ਕੇ ਅਸੀਂ ਆਪਣੀ 2022 ਦੇ ਵਿੱਚ ਭਾਗੀਦਾਰੀ ਸ਼ੋਅ ਕਰੀਏ, ਆਪਣੀ ਜਿਹੜੀ ਹੈ ਤਾਕਤ ਸ਼ੋਅ ਕਰੀਏ ਔਰ ਆਪਣੇ ਮਹਾਂਪੁਰਸ਼ਾਂ ਦੇ, ਕਿਉਂਕਿ ਇਹ ਜਿਹੜਾ ਸਥਾਨ ਹੈ 3 ਜਗ੍ਹਾ ਬਹੁਤ ਵੱਡੀਆਂ ਕ੍ਰਾਂਤੀਆਂ ਹੋਈਆਂ। ਮਹਾਰਾਸ਼ਟਰ ਦੀ ਧਰਤੀ ਆ ਔਰ ਉੱਤਰ ਪ੍ਰਦੇਸ਼ ਦੀ ਧਰਤੀ ਆ, ਤੀਸਰਾ ਪੰਜਾਬ ਦੀ ਧਰਤੀ। ਪੰਜਾਬ ਦੀ ਧਰਤੀ ਕਿਉਂ ਆ? ਕਿਉਂਕਿ ਇੱਥੇ ਸਾਹਿਬ ਕਾਂਸ਼ੀ ਰਾਮ ਪੈਦਾ ਹੋਏ ਆ, ਜਿਨ੍ਹਾਂ ਨੇ ਪੂਰੇ ਦੇਸ਼ ਅੰਦਰ ਜਿਹੜੇ ਆਪਣੇ ਮਹਾਂਪੁਰਸ਼ ਜਿਨ੍ਹਾਂ ਦਾ ਅੱਜ ਨਾਂ ਲਿਆ, ਉਹਨਾਂ ਦੇ ਨਾਂ ਨੂੰ ਲੈ ਕੇ ਕਮਾਲਾ ਦੇ ਵਿੱਚ ਪਰੋ ਕੇ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਦੀਆਂ ਕੀਤੀਆਂ ਅਸੀਂ ਕੁਰਬਾਨੀਆਂ ਨਾ ਭੁੱਲ ਜਾਈਏ। ਉਹਨਾਂ ਕੁਰਬਾਨੀਆਂ ਨੂੰ ਸਾਈਕਲ ਤੇ ਗਰਾਊਂਡ ਪੱਧਰ ਤੱਕ ਯਾਦ ਕਰਾ ਕੇ 1585 ਦਾ ਫਾਰਮੂਲਾ ਦੇ ਕੇ ਇੱਕ ਜਿਹੜੀ ਬਹੁਤ ਵੱਡੀ ਲਹਿਰ ਖੜੀ ਕੀਤੀ ਆ। ਇਸੇ ਕਰਕੇ ਪੰਜਾਬ ਨੂੰ ਜਿਹੜਾ ਅੱਜ ਮੋਦੀ ਨੇ ਹੱਥ ਪਾ ਕੇ ਕਿਸਾਨਾਂ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਆ, ਬਈ ਇੱਥੋਂ ਬਗਾਵਤਾਂ ਉੱਠਦੀਆਂ, ਬਗਾਵਤਾਂ ਕਰਨ ਵਾਲਿਆਂ ਨੂੰ ਖਤਮ ਕੀਤਾ ਜਾਵੇ, ਸ਼ਡਿਊਲ ਕਾਸਟ ਨੂੰ ਖਤਮ ਕੀਤਾ ਜਾਵੇ ਔਰ ਬੈਕਵਰਡ ਨੂੰ ਖਤਮ ਕੀਤਾ ਜਾਵੇ। ਬੈਕਵਰਡ ਨੂੰ ਤਾਂ ਦਿੱਤਾ ਹੀ ਕੁਝ ਨਹੀਂ। ਜਿਹੜਾ ਕਿਸਾਨ ਜੱਟ ਜਿਹੜਾ ਲੜ ਸਕਦਾ ਸੀ, ਜਿਹਦੇ ਕੋਲ ਜ਼ਮੀਨ ਸਹਾਰਾ ਆ, ਉਹਨਾਂ ਦੇ ਕੋਲੋਂ ਜ਼ਮੀਨਾਂ 3 ਬਿੱਲ ਬਣਾ ਕੇ ਉਹਨਾਂ ਖੋਹਣ ਦਾ ਉਪਰਾਲਾ ਕੀਤਾ ਤਾਂ ਕਿ ਬਗਾਵਤ ਕਦੀ ਉੱਠ ਨਾ ਸਕੇ। ਔਰ ਕਿਸੇ ਵੇਲੇ ਪੰਜਾਬ ਦਾ ਬਹੁਤ ਵੱਡਾ ਦਾਇਰਾ ਹੁੰਦਾ ਸੀ, ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਇਹ ਜਿਹੜਾ ਪੰਜਾਬ ਕਹਾਉਂਦਾ ਸੀ। ਅੱਜ ਤਾਂ 2 ਦਰਿਆ ਆ, ਕਿਸੇ ਵੇਲੇ 7 ਦਰਿਆਵਾਂ ਦੀ ਧਰਤੀ ਸੀ। ਇਸ ਕਰਕੇ ਪੰਜਾਬ ਨੂੰ
ਪਾਵਰਫੁਲ ਬਣਾਉਣ ਦਾ ਜੇ ਕੰਮ ਕੀਤਾ ਤਾਂ ਸਾਹਿਬ ਕਾਂਸ਼ੀ ਰਾਮ ਨੇ ਕੀਤਾ। ਇਸ ਕਰਕੇ ਆਓ ਉਹਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ, ਜਿਹੜਾ ਕਹਿੰਦਾ ਸੀ ਮੈਂ ਸਮਾਜ ਨੂੰ ਮੰਗਣ ਵਾਲਾ ਨਹੀਂ ਵੰਡਣ ਵਾਲਾ ਬਣਾਉਣਾ, ਔਰ ਵੰਡਦਾ ਉਹ ਆ ਜਿਹੜਾ ਸ਼ਾਸਕ ਹੁੰਦਾ। ਸ਼ਾਸਕ ਬਣਨ ਲਈ ਸਾਡੇ ਕੋਲ ਵੋਟ ਜਿਹੜੀ ਹੈ ਜੇ 36% ਤੇ 52% ਇਕੱਠੇ ਹੁੰਦੇ ਆ ਤੇ ਹਰਿਆਣਾ ਤੇ ਪੰਜਾਬ ਦੇ ਵਿੱਚੋਂ ਇਹ ਲੱਭਣਗੇ ਨਹੀਂ। ਆਓ ਬਹੁਜਨ ਸਮਾਜ ਦੇ ਲੋਕਾਂ ਨੂੰ ਇਕਜੁੱਟ ਕਰਕੇ 1585 ਦਾ ਫਾਰਮੂਲਾ ਸਮਝਾ ਕੇ ਅੱਜ 2022 ਦੇ ਵਿੱਚ ਅਸੀਂ ਆਪਣੇ ਰਹਿਬਰਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ, ਕਿਉਂਕਿ ਗੁਰੂ ਕਹਿੰਦਾ ਸੀ ਕਿ ਜਾਂ ਮੌਤ ਦੇ ਵਿੱਚ ਸੁੱਖ ਮਿਲਦਾ ਜਾਂ ਆਪਣੇ ਰਾਜ ਦੇ ਵਿੱਚ ਸੁੱਖ ਮਿਲਦਾ। ਇਸ ਕਰਕੇ ਆਪਣਾ ਮਰਨ ਵਾਲੇ ਅਸੀਂ ਹੈ ਨਹੀਂ, ਕਿਉਂਕਿ ਸਾਨੂੰ ਉਹਨਾਂ ਨੇ ਖੜੇ ਹੋਣਾ ਸਿਖਾਇਆ ਤੇ ਲੜਨਾ ਸਿਖਾਇਆ। ਤੇ ਇਸ ਕਰਕੇ ਰਾਜ ਲੈਣ ਲਈ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰਕੇ ਅਸੀਂ ਕਿਉਂ ਨਾ ਦੁਸ਼ਮਣ ਨੂੰ ਭਜਾਈਏ। ਇਹ ਜਿਹੜੀ ਮੇਰੀ ਆਖਰ ਦੇ ਵਿੱਚ ਅਪੀਲ ਆ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਸੋ ਬਹੁਤ ਬਹੁਤ ਧੰਨਵਾਦ ਕੰਚ ਟੀਵੀ ਨਾਲ ਗੱਲਬਾਤ ਕਰਨ ਲਈ। ਇਹ ਸਨ ਕੌਲ ਪਰਿਵਾਰ, ਇਹ ਹਸਬੰਡ ਵਾਈਫ ਜਿਨ੍ਹਾਂ ਨੇ ਇੱਕ ਵਧੀਆ ਉਪਰਾਲਾ ਕੀਤਾ ਤੇ ਉਸ ਉਪਰਾਲੇ ਤੋਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਨੇ ਇੰਨਾ ਵਧੀਆ ਰੂਪ ਤਿਆਰ ਕਰ ਲਿਆ ਕਿ ਅੱਜ ਇਹ ਇੱਕ ਦਿਲ ਖਿੱਚਵੀਂ ਜਿਹੜੀ ਇੱਕ ਪਾਰਕ ਬਣੀ ਹੋਈ ਹੈ ਹਰੀਆਬਾਦ ਵਿੱਚ। ਸੋ ਆਸ ਕਰਦੇ ਹਾਂ ਕਿ ਇਸ ਪ੍ਰੋਗਰਾਮ ਤੋਂ ਇਹ ਹੋਰ ਵੀ ਜਿਹੜੇ ਲੋਕ ਆ ਜਿਹੜੇ ਅਜਿਹਾ ਉਪਰਾਲਾ ਕਰ ਸਕਦੇ ਉਹ ਪ੍ਰੇਰਨਾ ਲੈਣਗੇ ਅਤੇ ਸਮਾਜ ਲਈ ਅੱਗੇ ਹੋ ਕੇ ਇਹ ਜਿਹੜੇ ਸਾਡੇ ਰਹਿਬਰਾਂ ਦੇ ਦੱਸੇ ਮਾਰਗ ਉੱਤੇ ਚੱਲਣਗੇ। ਸੋ ਇਸੇ ਨਾਲ ਮੈਨੂੰ SK ਬੈਂਸ ਅਤੇ ਕੈਮਰਾਮੈਨ ਆਕਾਸ਼ ਨੂੰ ਦਿਓ ਇਜਾਜ਼ਤ। ਧੰਨਵਾਦ।